सब देखने और सुनने वालों की खिदमत में मोहब्बत भरा सलाम। यकूब साहब इटली से हमारे साथ है और यकूब साहब को मैंने रिक्वेस्ट की है कि मुख्तसर बात कीजिएगा, कुछ सवालात भी होंगे। सबसे पहले यकूब साहब से सुनते हैं कि वो क्या कहना चाहते हैं। जी सर। जी बिस्मिल्लाहिर्रहमानिर्रहीम। जवेद साहब, मेरी तरफों ਤੁਹਾਨੂੰ ਤੁਹਾਡੀ ਪੂਰੀ ਟੀਮ ਨੂੰ ਸਾਰਿਆਂ ਪਾਕਿਸਤਾਨੀ ਨੂੰ ਦੁਨੀਆ ਕਿਸੇ ਕੋਨੇ ਵਿੱਚ अस्सलाम वालेकुम वालेकुम सलाम। ਹੁਣ ਹੁਕਮ ਕਰੋ ਜਨਾਬ, ਕਿਹੜੀ ਗੱਲ ਤੇ ਬੋਲ ਰਹੇ? नहीं, मैं क्या पहले ਤੁਹਾਨੂੰ ਪੁੱਛਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਕੱਲ ਦੇ ਮੈਂ ਤੇ ਅਰਜ਼ ਕਰਨਾ, ਮੈਂ ਦੋ ਨਿੱਕੀ ਨਿੱਕੀ ਸ਼ਾਰਟ ਕਰਨਾ ਮੈਂ ਸਵੇਰ ਸਵੇਰੇ ਟੀਵੀ ਲਾਇਆ ਤੇ ਕਿਸੇ ਬੰਦੇ ਨੇ ਬੜਾ अल्लाह ताला माफी दे कुफरी कलमा किया, खुदा उन्हें माफ करे। मैं गाल नहीं जुबान नहीं प्लीज करता, इस काबिल भी नहीं। जवेद साहब बरदे आ भाई तुहानू किसी बंदे नाल जाती दुख हो सकता है, लेकिन तुसी पूरे मसलक नूं अगर गाल कढ़दे हो, गंदी गाल कढ़दे हो हैं। तुहानू पता है कि मैं कदे झूठ नहीं मारिया। अज 3 साल अगर तुहानू मैं कहना सी कि मैं बजाते खुद तरीके लबैया करा, और मैं हुण भी कहना। तो कोई नहीं बंदा कहन लगा, मैं तां भी कहांगा मैं तरीके लबैया करा। ਆਪਾਂ ਪਾਕਿਸਤਾਨ ਅੱਛਾ ਇੱਕ ਮਿੰਟ ਇੱਥੇ ਕੋਈ ਗੱਲ ਤੁਹਾਡੀ ਵਿੱਚ ਨਾਲ ਚੱਲਦੀ ਰਹੇਗੀ। ਪਾਕਿਸਤਾਨ 'ਚ ਤੇ ਹੁਣ ਲੋਕੀ ਕਹਿੰਦੇ ਅਸੀਂ ਤਰੀਕੇ ਬੈਕ ਵਾਲੇ ਨਹੀਂ, ਕਈਆਂ ਦੀ ਇਤਲਾਹ ਵਾ ਕਿ ਉਹਨਾਂ ਨੇ ਆਪਣੇ ਹੁਲੀਏ ਵੀ ਚੇਂਜ ਕਰ ਲਏ ਨੇ। ਕੀ ਵਜ੍ਹਾ ਹੋਈ? मैं अर्ज करना उन्हें जगैर से ईमानी की कमी है। मेरी एक छोटी जी गल सुन लैन, जितने पाकिस्तानी मलवट्टे ने जेडे उलमाए कलाम ने, मैं उन्हें जुतियां भी सीधियां, मैं उलमाए कलाम को सब कुछ पाया जे, पर जेडे हुण ए मौलवी ने ਹੁਣ अगर ताहिर शफी मौलवी कवि है, फजल टू थाईलैंडी मौलवी कवि है, या मुफ्ती तकी मौलवी कवि है, किनू कहना मौलवी कवि जी किनू कहिए फिर मौलवी? ਉਹ ਤੇ 25 ਕਰੋੜ ਆਵਾਮ ਮੌਲਵੀਆਂ ਦੇ ਸਿਰ ਤੇ ਚੱਲਣ ਦੀ। ਮੈਨੂੰ ਨਜ਼ਰ ਕੋਈ ਨਹੀਂ ਜਾਣਦਾ ਜਵੇਦ ਸਾਹਿਬ, ਮੈਂ ਯਕੀਨ ਕਰੋ ਭਾਈ ਉਹ ਜਿਕਣ ਉਹਨੇ ਆਖਿਆ ਨਾ, ਉਹ ਕਜਰਾਂ ਦੇ ਮੁੰਡੇ ਨੇ, ਉਹ ਵੱਡੇ ਥੋਬੜੇ ਵਾਲੇ ਨੇ, ਕਿ ਮੈਂ ਪਿੱਛੂ ਤੱਕਿਆ ਮੈਨੂੰ ਨਜ਼ਰ ਕੋਈ ਨਾ ਆਇਆ। मैं यकीन करो अगू तकना, पिछू तकना, सज्जू तकना, खब्बू तकना, मैं पाकिस्तान च मौलवी नजर कोई नहीं पिया आंदा। ਉਹ ਤੇ ਕਹਿੰਦੇ ਅਸੀਂ ਪਾਕਿਸਤਾਨ ਦੀ ਕੌਮ ਦੀ ਬੜੀ ਤਰਬੀਅਤ ਕੀਤੀ ਹੈ, ਤੁਸੀਂ ਕਹਿੰਦੇ ਹੋ ਤੇ ਬੜੇ ਉਹ ਹਲਵੇ ਸ਼ਲਵੇ ਖਾਂਦੇ ਨੇ, ਬੜੀਆਂ ਜਾਨਾਂ ਸ਼ਾਨਾਂ ਉਹਨਾਂ ਨੇ ਬਣਾਈਆਂ, ਤੁਸੀਂ ਕਹਿੰਦੇ ਨਜ਼ਰ ਨਹੀਂ ਆਉਂਦੇ ਤੁਹਾਨੂੰ। ਉਹ ਅੱਲਾ ਲਿਓ ਇਸ ਵੇਲੇ ਤੁਸੀਂ ਅਗਰ ਮੇਰੇ ਕੋਲ ਸਹੀ ਗੱਲ ਪੁੱਛਦੇ ਹੋ, ਤੁਸੀਂ ਮੌਲਵੀਆਂ ਨੂੰ ਛੱਡਦੇ ਹੋ। ਛੱਡਦਾ ਮੈਂ ਯਕੀਨ ਕਰੋ ਰਾਤੀ ਕਈ ਵਾਰੀ ਜਵੇਦ ਸਾਹਿਬ ਸੌਣਾ ਨਾ, ਕੱਲਾ ਹੋਣਾ ਤੇ ਮੈਂ ਸੋਚਣਾ, ਮੈਂ ਨਾ ਯਾ ਬਾਰੀ ਤਾਲਾ ਵਾ ਤੂੰ ਕਿਸ ਕਿਸਮ ਦਾ ਬੰਦਾ ਪੈਦਾ ਕੀਤੇ ਹੈ। ਫਿਰ ਜਦੋਂ ਮੈਂ ਖੁਦਾ ਦੀ ਮਖਲੂਕ ਤੱਕਣਾ, ਸਮੁੰਦਰ ਵਿੱਚ, ਜੰਗਲਾਂ ਵਿੱਚ, ਬਾਹਰ ਚ ਕਿਸ ਰੰਗ ਦਾ ਜਾਨਵਰ ਹੈ, ਫਿਰ ਮੈਨੂੰ ਯਕੀਨ ਆਉਂਦਾ ਕਿ ਉਹ ਹਿਸਾਬ ਇਨਸਾਨ ਵਿੱਚ ਹੈ ਕਿ रूह ते बने इंसानी, लेकिन कोई किसी जानवर नाल किसी दी मुमासलत है, किसी जानवर नाल किसी नाल। तुसीं ये तक लो, इन्हां दीयां पग्गां तको, इन्हां दीयां दाड़ियां तको, इन्हां दीयां घड़ियां पानियां तको, तकरीर करदे तको। तकरीर करनगे लोकां नूं आखणगे तुसीं घड़ी दे ओ बेल्ट पाओ जिहदा चमड़े दा बेल्ट होवे, ते आपू घड़ियां मौलवियां ओ बन्नियां जिहनां दे सोने दीयां जंजीरां ने हैं। ਹੁਣ ਮੈਂ ਤੇ ਬੰਨੀ ਨਹੀਂ, ਮੈਨੂੰ ਨਹੀਂ ਇਹ ਪਤਾ ਬਈ ਜ਼ੰਜੀਰ ਆਦੇ ਨੇ ਜਾਂ ਉਹ ਘੜੀ ਦੇ ਉਹ ਜਿਹੜਾ ਪਾਉਂਦੇ ਨੇ ਉਹਨੂੰ ਕੀ ਆਖਦੇ ਨੇ, ਚੈਨ ਆਉਂਦੇ ਨੇ, ਘੜੀ ਦਾ ਚੈਨ। ਹਾਂਜੀ, ਘੜੀ ਦਾ ਚੈਨ। ਯਕੀਨ ਕਰ ਲੋ, ਪਰ ਤਕਰੀਰ ਕਰਨਗੇ ਦੇ ਅੱਗੇ ਹੱਥ ਉਹ ਕਰਨਗੇ ਡਿੱਗਾ ਕਰਕੇ ਜਿਹਦੇ ਉੱਤੇ ਉਹ ਸੋਨੇ ਦੇ ਚੈਨ ਵਾਲੀ ਘੜੀ ਹੈ, ਦੂਜੀ ਬਾਰ ਨਹੀਂ ਕਰਨ ਲਗੇ ਹੈ। ਮੈਂ ਯਕੀਨ ਕਰੋ ਬਈ ਇੱਥੇ ਇੱਕ ਮੌਲਵੀ ਨੂੰ ਮਕਾਨ ਦੇ ਬੈਠਾ, ਮੈਨੂੰ ਆਖਦਾ ਮੇਰੇ ਕੋਲ ਮਸਜਿਦ ਕੋਈ ਨਹੀਂ, ਤੇ ਮੈਂ ਬਿਮਾਰ ਸ਼ੂਗਰ ਦਾ ਮਰੀਜ਼ ਆ, ਹੁਣ ਵੀ ਇੱਥੇ ਹੀ ਹੈ ਸਾਡੇ ਨਾਲ ਹੀ ਦੂਜਾ ਜ਼ਿਲ੍ਹੇ 'ਚ, ਤੇ ਮੇਰੇ ਕੋਲ ਨਾ ਕੋਈ 2-3 ਮਹੀਨੇ ਮੇਰੇ ਕੋਲ ਆ, ਮੇਰਾ ਮਕਾਨ ਨਵਾਂ ਖਾਲੀ ਹੋਇਆ, ਉਹਨੂੰ ਰੰਗ ਸ਼ੰਗ ਲਾ ਕੇ ਦੁਬਾਰਾ ਜਦੋਂ ਦੂਜੇ ਬੰਦੇ ਨੂੰ ਕਿਰਾਏ ਤੇ ਮਕਾਨ ਜੋ ਪਹਿਲਾਂ ਉਹਨੂੰ ਤਿਆਰ ਕਰਨਾ ਪੈਂਦਾ। ਹਾਂਜੀ, ਤੇ ਮੇਰੇ ਪਿੰਡ ਦਾ ਬੰਦਾ ਵਿਚਾਰੇ ਆ 9.5 ਸਾਲ, ਤੇ ਮੈਂ ਨਾ ਆਖਿਆ ਮੈਨੂੰ ਥੋੜਾ ਜਿਹਾ ਨਾ ਆ ਕਹਿੰਦਾ ਨਹੀਂ ਤੂੰ ਕਿਰਾਇਆ ਮੈਂ ਦੇਣਾ ਕੋਈ ਨਹੀਂ, ਉਹ ਬਿੱਲ ਮੈਂ ਪਿਆ ਦਿਆਂਗਾ, ਮੈਨੂੰ ਮਕਾਨ ਦੇ ਤੇ ਮੈਂ 2-3 ਮਹੀਨੇ ਕੱਢਾਂਗਾ, ਮੈਨੂੰ ਕੋਈ ਨਾ ਕੋਈ ਮਸਜਿਦ ਲੱਭ ਜਾਏਗੀ। ਚੌਧਰੀ ਸਾਹਿਬ ਨੂੰ 3 ਸਾਲ ਮਸਜਿਦ ਨਹੀਂ ਲੱਭੀ। ਮੈਂ ਹੁਣ ਸ਼ਾਰਟ ਗੱਲ ਕਰਨਾ, ਜਿਸਲੇ ਜਾਣ ਲੱਗਾ ਐਡਾ ਜ਼ਾਲਮ ਹੈ, ਉਹਨੂੰ ਕਿਸੇ ਮਸਜਿਦ ਵਾਲੇ ਫੋਨ ਕੀਤਾ, ਉਹ ਉੱਤੇ ਨਹੀਂ ਚੜਿਆ। ਮੇਰਾ ਮਕਾਨ ਹੈ 3 ਮੰਜ਼ਲਾ, ਅੱਛਾ ਉਹਨੇ ਹੀ ਲੱਭ ਲਈ, ਉਹ ਵਿਸ਼ਕਾਰ ਰਹਿੰਦੇ ਆ, ਥੱਲੇ ਤਿਆਰ ਕਰ ਲਈ ਦੁਕਾਨ, ਉਹ ਮਕਾਨ ਹੀ ਤਿਆਰ ਕਰਨਾ, ਇੱਕੋ ਹੀ ਮੰਜ਼ਲ ਤਿਆਰ ਹੋਈ, 2 ਤਿਆਰ ਹੋਣਾ ਨਹੀਂ। ਅੱਛਾ, ਪੁਰਾਣੇ ਸਦੀਆਂ ਪੁਰਾਣਾ ਦੇ ਸ਼ਹਿਰ ਦੇ ਵਿਸ਼ਕਾਰ ਹੈ ਉਹ। ਮੈਂ ਉਹਨੇ ਜਨਾਬ ਇਹ ਕੰਮ ਕੀਤਾ, ਜੇ ਉਹਨੂੰ ਫੋਨ ਆਇਆ, ਜੇ ਉੱਤੇ ਜ਼ਾਲਮ ਨਹੀਂ ਚੜਿਆ, ਨਾ ਉਹਨੇ ਗੱਦੇ ਬਦਲਾਏ, ਨਾ ਥੱਲੇ ਜਿਹੜੇ ਪਲੀਤ ਕੱਪੜੇ ਉਹ ਚੁੱਕੇ, ਨਾ ਉਹਨੇ ਰੰਗ ਕਰਾਇਆ,
ਚੁੱਲ੍ਹਾ ਸਾੜ ਗਿਆ, ਫਰਿੱਜ ਉਹਨੇ ਖਰਾਬ ਕੀਤੇ, ਚੁੱਕ ਕੇ ਬੱਸ ਹੱਸ ਲਿਆ ਕਿਧਰੇ। ਕੋਈ ਖਸਤਾ ਹਾਲੀ ਮਕਾਨ ਦੀ। ਉਹ ਮੁੰਡਾ ਮੇਰਾ ਇੱਕ ਮੈਂ ਉਹਨੂੰ ਕਿਹਾ ਪੁੱਤਰ ਤੂੰ ਜਵਾਨ ਹੈ, ਮੈਂ ਬਿਮਾਰ ਹਾਂ। ਉਹਨੇ ਕਰਮ ਵਾਲੇ ਤਿਆਰ ਨਹੀਂ ਕਰਾਇਆ। ਫਿਰ ਮੈਂ ਆਪੂ ਪਿਛਲੇ ਸਾਲ ਅਪ੍ਰੈਲ 'ਚ ਗਿਆ, ਹੁਣ 1.25 ਸਾਲ ਹੋ ਗਿਆ, ਮਕਾਨ ਕਿਰਾਇਆ ਚੜਿਆ। ਕੰਮ 2-3 ਦਿਨ ਦਾ ਆ, ਪਰ ਪੈਸੇ ਲੱਗਦੇ ਆ ਮੁੰਡੇ ਨੂੰ। ਪੈਸੇ ਵੀ ਕੋਲ ਨੇ, ਫਿਰ ਵੀ ਲਾ ਹੀ ਲੈਣਾ। ਉਹ ਮੁੰਡੇ ਨੂੰ ਕਿਹਾ ਜਵਾਨ ਜਾਣਾ, ਉਹਨੂੰ ਪਰਵਾਹ ਹੀ ਕੋਈ ਨਹੀਂ, ਉਹਨੇ ਲਾਪਰਵਾਹੀ ਕੀਤੀ। ਤੇ ਉਹ ਜੀ 3 ਸਾਲ ਰਹੇ ਜਾਂਦੀ ਵਾਰੀ ਉਸ ਬੰਦੇ ਮਕਾਨ ਤੇ 300 ਵੀ ਨਹੀਂ ਲਾਇਆ। ਵਾ ਮੈਨੂੰ ਤਿਆਰ ਕਰ ਜਾ, ਕਿਰਾਇਆ ਵੀ ਨਹੀਂ ਦਿੱਤਾ। 708 ਜੀ ਕਿਰਾਇਆ ਵੀ ਨਹੀਂ ਦਿੱਤਾ ਉਹਨੇ। ਤੱਕ ਕਿਰਾਇਆ ਲੈਣਾ ਹੀ ਕੋਈ ਨਹੀਂ ਲਾਇਆ। ਕਿਰਾਇਆ ਤਾਂ ਮੈਂ ਆਖਿਆ ਜੀ ਮੇਰੇ ਕੋਲ ਕਿਰਾਇਆ ਕੋਈ ਨਹੀਂ। ਜੇ 3 ਮਹੀਨੇ ਨੇ ਆਖਿਆ 3 ਸਾਲ ਰਿਹਾ। ਮੈਨੂੰ ਸ਼ਰਮ ਆਉਂਦੀ ਬਈ ਬੇਰੁਜ਼ਗਾਰ ਬੰਦਾ ਨਾਲ ਵੀ ਬੀਬੀ ਕਿੰਝ ਕੱਢਾਂ। 3 ਮਹੀਨੇ ਆ ਕੇ 3 ਸਾਲ ਰਿਹਾ। ਬੜੀ ਗੱਲ ਹੈ। ਤੁਸੀਂ ਇੱਥੇ ਯੂਰਪ 'ਚ ਤੇ ਇੱਕ ਦਿਨ ਨਹੀਂ ਬਗੈਰ ਕਿਰਾਏ ਤੋਂ ਕੋਈ ਰਹਿਣ ਦਿੰਦਾ। ਬੜੀ ਗੱਲ ਹੈ। 3 ਸਾਲ ਤੁਸੀਂ ਮੌਲਵੀ ਨੂੰ ਰੱਖਿਆ, ਫਿਰ ਮੌਲਵੀ ਹੁਣ ਗਿਆ ਕਿ ਤੇ ਮਸਜਿਦ ਲੱਭ ਗਈ ਉਹਨੂੰ ਕੋਈ? ਉਹਨੂੰ ਲੱਭ ਗਈ। ਉਹ ਮੌਲਵੀ ਵੀ ਸੁਣਦਾ ਹੋਵੇਗਾ, ਔਰ ਮੇਰਾ ਫੋਨ ਬੜੇ ਪਾਕਿਸਤਾਨੀ ਬੰਦੇ ਸੁਣਦੇ ਨੇ। ਹਜ਼ਾਰਾਂ ਬੰਦਿਆਂ ਨੂੰ ਪਤਾ ਕਿ ਮੌਲਵੀ 3 ਸਾਲ ਉਸ ਬੰਦੇ ਨੂੰ ਫਰੀ ਰੱਖਿਆ ਹੈ। ਉਹ ਮੇਰੇ ਵਰਗੇ ਪਾਗਲ ਹੈ ਬੰਦੇ, ਅਸੀਂ ਨਾਂ ਦੇ ਮੌਲਵੀ ਨਹੀਂ ਨਾ। ਨਹੀਂ ਜੀ, ਤੇ ਉਹ ਮੌਲਵੀ ਦਾ ਕੋਈ ਫਾਇਦਾ ਵੀ ਹੋਇਆ ਸੀ 3 ਸਾਲਾਂ 'ਚ? ਕਿ ਉਹਨੇ ਬੱਚਿਆਂ ਨੂੰ ਪੜ੍ਹਾਇਆ ਕੋਈ ਤੁਹਾਡੀ ਤਰਬੀਅਤ 'ਚ ਫਰਕ ਪਿਆ ਕਿ ਉਹਦੀ ਆਪਣੀ ਤਰਬੀਅਤ ਹੀ ਬੇੜਾ ਗਰਕ ਸੀ? ਨਹੀਂ, ਮੈਂ ਅੱਜ ਕਰਨਾ ਜੀ ਉਹਨੇ ਆਪਣੀਆਂ ਰਾਤਾਂ ਕੱਢੀਆਂ। ਉਹਨੇ ਕਿਸੇ ਤਰਬੀਅਤ ਚ ਨਹੀਂ, ਇਨਸਾਨੀਅਤ ਨਹੀਂ। ਬਈ 3 ਸਾਲ 'ਚ ਉਹਨੇ ਕੰਮ ਕਰ ਚੋੜਾ। ਚਲੋ ਪਾਕਿਸਤਾਨ ਚਲੀਏ ਵਾਪਸ। ਇਹ ਤੇ ਇਨਸਾਨੀਅਤ ਹੁੰਦੀ। ਉਹ ਤੇ ਇੱਕ ਮੌਲਵੀ ਤੁਹਾਨੂੰ ਇੱਟ ਤੇ ਪੱਲੇ ਪੈ ਗਿਆ। ਤੇ ਪਾਕਿਸਤਾਨ 25 ਕਰੋੜ ਆਵਾਮ ਨੂੰ ਕਿੰਨੇ ਮੌਲਵੀ ਚਾਹੀਦੇ ਨੇ? ਉਹ 25 ਕਰੋੜ ਆਵਾਮ ਉਹਨਾਂ ਨੂੰ ਪਾਲਣ ਡਈ ਹੈ। ਉਹ ਖਾਣਾ ਆਪ ਨਹੀਂ ਖਾਂਦੀ ਜਿਹੜੀ ਇਹਨਾਂ ਨੂੰ ਖਵਾਉਂਦੀ। ਮੈਂ ਅਰਜ਼ ਕਰਨਾ ਪਿਆ ਜਿਹੜੀ ਪਾਕਿਸਤਾਨੀ ਕੌਮ ਹੈ ਇਹਦਾ ਇਲਾਜ ਹੈ ਜਵੇਦ ਸਾਹਿਬ। ਮੈਂ ਇਹ ਅਰਜ਼ ਕਰਨਾ ਪਿਆ ਜਦੋਂ ਕੌਮਾਂ 'ਚ ਗੈਰਤ ਖਤਮ ਹੋ ਜਾਂਦੀ ਹੈ, ਕੌਮਾਂ ਖਾਲੀ ਡਰਾਮੇ ਤੇ ਫਿਲਮਾਂ ਤੱਕਦੀ ਹੈ, ਗੈਰਤ ਨਹੀਂ ਖਾਂਦੀ। ਹੁਣ ਤੁਹਾਡੇ ਸਾਹਮਣੇ ਮੈਂ TV ਆਨ ਕੀਤਾ, ਮੈਂ ਬੰਦ ਨਹੀਂ ਕੀਤਾ, ਉਹ ਤੇ ਫੋਟੋ ਆਈ ਹੈ ਜਿਹੜੇ ਦੀ। ਹੁਣ ਇਹ ਜਿਹੜਾ ਸਾਡਾ ਵਿਜਾ ਨੂੰ ਬਣਨਾ ਜੇ, ਜਿਹਨੂੰ ਪਹਿਲਾ ਕਲਮਾ ਨਹੀਂ ਆਉਂਦਾ ਹੋਣਾ, ਉਹ ਬੇਗੈਰਤ ਬੇਜ਼ਮੀਰੇ ਜ਼ਿਹਨੀ ਮਰੀਜ਼ ਦੂਏ ਦਾ ਜ਼ਰਦਾਰੀ ਦਾ। ਅਸੀਂ ਹਰ ਗੱਲ ਦੇ ਵਿੱਚ ਇਹ ਗੱਲ ਕਰਨੇ ਕਿ ਕਲਮਾ ਨਹੀਂ ਉਹਨੂੰ ਆਉਂਦਾ, ਨਮਾਜ਼ ਨਹੀਂ ਆਉਂਦੀ। ਇਹ ਜਿਹੜੇ ਮੁਲਕਾਂ 'ਚ ਅਸੀਂ ਬੈਠੇ ਤੇ ਇਹਨਾਂ ਦਾ ਤੇ ਕਲਮੇ ਨਾਲ ਤਲਕ ਵੀ ਨਹੀਂ, ਪਰ ਇੱਥੇ ਤੇ ਹਰ ਚੀਜ਼ ਸਹੀ ਚੱਲਣ ਦੀ। ਮੈਂ ਅੱਜ ਕਰਨਾ ਪਿਆ ਜਵੇਦ ਸਾਹਿਬ, ਇਹਨਾਂ ਨੂੰ ਕਲਮੇ ਲੋੜ ਕੋਈ ਨਾ। ਉਹ ਕੋਈ ਝੂਠ ਨਹੀਂ ਮਾਰਦੇ। ਉਹ ਬੋਲ ਕੇ ਅਸੀਂ ਯਿਸੂ ਮਸੀਹ ਨੂੰ ਮੰਨਣੇ ਆ, ਸਮਝਾ ਕਿ ਨਹੀਂ ਹੈਗੀ। ਉਹ ਆਪਣੇ ਹਿਸਾਬ ਨਾਲ ਇਬਾਦਤ ਕਰਦੇ ਨੇ। ਤੋਂ ਇਹ ਮੇਰੇ ਘਰੇ ਕੋਲ ਕਿਹਦਾ ਬੜਾ ਵੱਡਾ, ਮੇਰੇ ਬੜੇ ਵਾਕਫ ਨੇ ਬੰਦੇ, ਮੈਂ ਬਾਹਰ ਨਿਕਲਾ ਤੇ ਮੈਨੂੰ ਬੁਲਾ ਕੇ ਮੌਲਵੀ ਚਲੀਏ ਕਿਹਦੇ ਕਰੈਕਟਲੀ ਹੋ ਗਏ ਨੇ। ਉਸ ਚਰਚ ਦੇ ਵਿੱਚ ਉਹ ਸਪੀਕਰ ਲਾ ਕੇ ਦੂਜਿਆਂ ਨੂੰ ਵੀ ਸਾਰਾ ਦਿਨ ਗਾਲਾਂ ਕੱਢਦਾ ਰਹਿੰਦਾ। ਨਹੀਂ, ਮੈਂ ਅੱਜ ਕਰਨਾ ਪਿਆ ਤੁਸੀਂ ਗੱਲ ਕੀਤੀ ਹੈ ਨਾ ਜਿਹੜੀ ਪਹਿਲਾਂ ਬਈ ਇੱਥੇ ਵੀ ਜਿਹੜੇ ਨੇ ਉਹ ਮਜ਼ਹਬ ਦੇ ਖਿਲਾਫ ਨੇ ਬੰਦੇ ਜਿਹੜੇ ਗੈਰ ਮੁਸਲਮ ਨੇ, ਲੇਕਿਨ ਮੈਂ ਅੱਜ ਕਰਨਾ ਉਹ ਜਿਹੜੇ ਨਬੀ ਨੂੰ ਮੰਨਦੇ ਨੇ ਈਸਾ ਅਲੈਹਿਸਲਾਮ ਨੂੰ, ਆਪਣੇ ਮਜ਼ਹਬ ਦੇ ਮੁਤਾਬਕ ਉਹ ਇਤਵਾਰ ਨੂੰ ਪੂਰੀ ਜਿਹੜੀ ਜਨਾਬਲੀ ਜਾਂਦੇ ਨੇ ਕਿਹਦੇ ਵਿੱਚ 1 ਘੰਟਾ 1.5 2 ਘੰਟੇ ਉਹ ਕਰਦੇ ਨੇ। ਉਸ ਤੋਂ ਬਾਅਦ ਇਕੱਠੇ ਮੈਂ ਕਰਨਾ ਪਿਆ ਅਸੀਂ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ। ਅੱਛਾ, ਇੱਕ ਚੀਜ਼ ਹੈ ਇਹਦੇ ਵਿੱਚ ਜਿਹੜੀ ਸਭ ਤੋਂ ਅਹਿਮ ਚੀਜ਼ ਹੈ, ਮੈਂ ਤੁਹਾਨੂੰ ਦੱਸਾਂ। ਦੇਖੋ ਮਜ਼ਹਬ ਜਿਹੜਾ ਨਾ ਉਹ ਤੁਹਾਨੂੰ ਰਸਤਾ ਦਿਖਾਉਂਦਾ ਹੈ ਨਾ। ਕੁਰਾਨ ਪਾਕ ਨੇ ਰਸਤਾ ਦਿਖਾਇਆ ਲੋਕਾਂ ਨੂੰ। ਅਗਰ ਉਸ ਰਸਤੇ ਤੇ ਕੋਈ ਨਹੀਂ ਚੱਲਦੀ ਕੌਮ, ਉਹ ਮਾਸ਼ਰਾ ਤਬਾਹ ਹੋ ਜਾਂਦਾ, ਉਹ ਮਾਸ਼ਰੇ ਦੀ ਬਰਬਾਦੀ ਹੋ ਜਾਂਦੀ ਹੈ। ਮਗਰ ਉਸ ਮਾਸ਼ਰੇ ਦੀ ਬਰਬਾਦੀ ਕਰਨ ਵਾਲੇ ਉਹ ਲੋਕ ਹੁੰਦੇ ਨੇ, ਜਿਸ ਤਰ੍ਹਾਂ ਹੁਣੇ ਤੁਸੀਂ ਗੱਲ ਕਰ ਰਹੇ ਜੇ 3 ਸਾਲ ਤੁਹਾਡੇ ਮਕਾਨ 'ਚ ਰਹਿ ਕੇ ਚਲ ਗਿਆ। ਇਹੋ ਜਿਹੇ ਉਲਮਾ ਹੁੰਦੇ ਨੇ। ਅਗਰ ਸਾਡੇ ਉਲਮਾ ਠੀਕ ਹੁੰਦੇ, ਉਹ ਉਹਨਾਂ ਦੀ ਆਪਣੀ ਤਰਬੀਅਤ ਠੀਕ ਹੁੰਦੀ, ਅੱਗੋਂ ਲੋਕਾਂ ਦੀ ਤਰਬੀਅਤ ਠੀਕ ਕਰਦੇ। ਅੱਜ ਜੱਜ ਵੀ ਜਿਹੜਾ ਵਾ ਉਹ ਵੀ ਜ਼ਾਹਿਰ ਮੌਲਵੀ ਕੋ ਪੜ੍ਹ ਕੇ ਆਉਂਦਾ, ਪੁਲਿਸ ਵਾਲਾ ਵੀ ਪੜ੍ਹ ਕੇ ਆਉਂਦਾ, ਸਿਆਸਤਦਾਨ ਵੀ ਪੜ੍ਹ ਕੇ ਆਉਂਦਾ, ਹਰ ਚੀਜ਼ ਦਾ ਬੇੜਾ ਗਰਕ ਹੋ ਜਾਂਦਾ ਜੀ। ਮੈਂ ਜਵੇਦ ਸਾਹਿਬ ਇਹ ਅਰਜ਼ ਕਰਨਾ ਪਿਆ, ਬਈ ਤੁਸੀਂ ਤਾਂ ਕਰਦੇ ਹੋ ਨਾ ਮਜ਼ਹਬ ਦੀ ਗੱਲ, ਮੈਂ ਅਰਜ਼ ਕਰਨਾ ਪਿਆ ਵੀ ਮੈਂ ਜਦੋਂ ਦਾ ਪੈਦਾ ਹੋਇਆ ਅਸੀਂ ਮਜ਼ਹਬੀ ਖਾਨਦਾਨ ਦੇ ਬੰਦੇ ਹਾਂ। ਮੈਂ ਉਲਮਾ ਇਕਰਾਮ ਦੀ ਜੁੱਤੀਆਂ ਸਿੱਧਾ ਕਰਨ ਵਾਲਾ ਬੰਦਾ, ਮੈਂ ਬੜਾ ਇਤਰਾਮ ਕਰਨਾ। ਮੈਂ ਯਕੀਨ ਕਰੋ ਕਈ ਵਾਰੀ ਮੇਰੇ ਘਰ। ਅੱਛਾ, ਇੱਕ ਸਵਾਲ ਹੈ, ਦੱਸੋ ਇੱਕ ਚੀਜ਼ ਦੱਸੋ। ਮੈਂ ਕਈ ਵਾਰੀ ਜੁੱਤੀਆਂ ਸਿੱਧੀਆਂ ਕਰਨੀਆਂ, ਉਲਮਾ ਆਪਣੀ ਜੁੱਤੀ ਆਪ ਨਹੀਂ ਫੜ ਕੇ ਸਿੱਧੀ ਕਰ ਸਕਦੇ, ਲੋਕੀ ਕੋ ਕਰਦੇ ਨੇ ਜੁੱਤੀਆਂ ਸਿੱਧੀਆਂ। ਜਿਹੜੇ ਮਜ਼ਹਬ ਨੂੰ ਤੁਸੀਂ ਮੰਨਦੇ ਜੇ, ਜਿਹੜੇ ਮਜ਼ਹਬ ਨੂੰ ਮੰਨਦੇ ਜੇ, ਉਹ ਤੇ ਇਸ ਦੀ ਤਾਲੀਮ ਨਹੀਂ ਦਿੰਦੇ। ਉਹ ਤੇ ਖੁਦ ਆਪਣੀਆਂ ਜੁੱਤੀਆਂ ਵੀ ਸਿੱਧੀਆਂ ਕਰਦੇ, ਸਾਰਾ ਕੁਝ ਖੁਦ ਕਰਦੇ ਰਹੇ, ਸਾਹਬਾ ਖੁਦ ਕਰਦੇ ਰਹੇ ਸਾਰਾ। ਮੈਂ ਨਹੀਂ ਜਵੇਦ ਸਾਹਿਬ, ਮੈਂ ਇਹ ਇੱਕ ਨਾ ਜਿਹੜੀ ਇੱਕ ਤਕੀਆ ਕਲਾਮ ਬਣਿਆ ਉਹਦਾ ਨਹੀਂ, ਵੈਸੇ ਵੀ ਪਾਕਿਸਤਾਨ ਚ ਤੁਸੀਂ ਦੇਖਿਆ ਨਹੀਂ, ਤੁਸੀਂ ਦੇਖਿਆ ਨਹੀਂ। ਮੇਰੀ ਸੁਣ ਲਓ ਸਾਥ, ਮੈਨੂੰ ਵੀ ਕਰ ਲੈਂਦੇ ਕੋਲ ਜਿਹੜੀ ਮੈਂ ਅਰਜ਼ ਕਰ ਲਗਾ, ਮੇਰੀ ਵੀ ਸੁਣ ਲਓ। ਹਾਂਜੀ ਦੱਸੋ। ਮੈਂ ਇਹ ਅਰਜ਼ ਕਰਨਾ ਪਿਆ ਜਿਸ ਵੇਲੇ ਮਸਜਿਦ ਚ ਅਸੀਂ ਜਲਸੇ ਕਰਾਉਂਦੇ ਆ, ਖਤਮ ਕਰਾਉਂਦੇ ਆ,
बड़े बड़े उलमाए कराम ज़ईफ़ उमर आ जाते हैं 70 80 साल के, तो जिस हरकत मिलने वाली होती है बाहर निकलते हैं, जुत्तियां पर जुत्तियां हो जाती ने, जुत्ती का पैर टेढ़ा हो जाता है, तो उन्होंने सीधा करदे कोई शान च फर्क नहीं पैंदा। ए तुसीं तकदे हो सिख ने वो गुरुद्वारे हफ्ते इतवार नूं यकीन करो 4 बंदे बैठे होंदे ने जेह्ड़े कपड़ा लैके ते जुत्तियां दी आम बंदे दी कोई भी होवे वो अपने सवाह वास्ते ते जुत्ती किसी बंदे बुजुर्ग दी बुढ़े बंदे दी जो नहीं भी मौलवी आम भी बंदा है उसकी जुत्ती सीधी कर सकना कोई गुनाह कबीरा नहीं है, अच्छी गल है। अच्छा चलो ओ मैं जवेद साहब ये अर्ज करना पिया जिहड़ी तुसीं गल करदे हो ना मुल्क विच इस वेले अगर कोई तुसीं मौलवियां नूं छड्ड दिओ आम जनता की गल कर लो, ना वो पीपल पार्टी विच है, ना वो नून लीग विच है, ना वो बफलू पार्टी विच है, ना वो किसी होरी पार्टी विच है, ना तरीके लबैक है, अगर वो इंसान है उससे फर्ज बनता है कि इस वेले अपने ईमान नूं हाज़िर नाल दसो मैनूं पूरी पाकिस्तानी कौम नूं साबित हो गया खुदा बचाए इस मुल्क नूं एक भी MPA MNA सनेटर सदर वजीर आजम जमेदार कोई लीगल तरीके नाल बैठे है पूरे मुल्क के 100% नहीं 1000% कब्जा होए है, बिल्कुल मुकम्मल स्याह अंधेरी रात है। नहीं वो तो ठीक है बंदा हुण मैं एक सिलसिले बयान पढ़िया जे मैं सुना गैर तुहाडे इस तकरीर तो बाहर की गल जे लाहौर का वाकया जे कल एक मुड़ा जे दिन दिहाड़े दाता साहब तो 500 मीटर दूर क्योंकि मैं उत्थे रहा मेरा तो लाहौर पलाया सी मैं पैदा खारी होया लेकिन मैं जिंदगी मेरी जवानी लाहौर लंघी है 20-25 साल ते उत्थे जनाब दाता निकली दाता साहब तो बाहर ते भाटी चौक बिच भी है ते जेड़ा ना अपने भाटी चौक थाना ते टंगसाली गेट वाला ये आमने सामने ना बिल्कुल उत्ते चल जाओ हीरा मंडी वाले पासे ते वो भी जी भाटी आबादी वध गई है उत्थे भी थोड़े जे एरिए किलो तकरीबन 1 किलोमीटर मार के होना जे थाना होवे ते ये दोवें थाने जिहड़े ने आमने सामने ने होया की उत्ते बिल्कुल नैशनैलिटी है आस्ट्रेलिया तो गया पाकिस्तानी हां ओ गरीब नाल बीवी बच्चों नूं लैके वो खान पीन गए ने दुकान से बिल्कुल बिल्कुल उत्थे इन्हां ने काम कीते है पाकिस्तान जला मची पई है कुछ प्राइवेट कपड़ियां कुछ वर्दी च पुलिस वाले बड़े जे दाने ले जे रले जे दिहाड़ी शामी हल्के होए ने ये नहीं एक लाहौर विच पूरे पाकिस्तान च सिर्फ पेशावर केपी छड्ड के सिंध विच भी बलोचिस्तान विच भी कश्मीर भी छड्ड दिओ कश्मीर ते केपी बाहर कढ दिओ सिंध बलोचिस्तान पंजाब च जिहड़ी पुलिस जे इन्हां ने अन्नी पाई उन्हां नूं पता लगा पूरे मुल्क दे अन्नी पाई ने दा लगे अरबां दी दिहाड़ी भी लगदी ऐसी क्यों ना लाइए वो बंदे ने तशद्दुद कीता वो बंदे नूं मारिया बहुत ज्यादा वीडियो चल रही है बहुत ज्यादा मारिया तो कोई है वालीबाल कोई है पुलिस कोई है कानून कोई इंसानियत कोई है कि गैरतमंद अपने बाप का SP या DSP फड़ के होनी डिस्चार्ज भी करे ते पहले उन्होंने लम्बिया पाए सड़के जाके मारो इन्हें जिन्होंने मारो तू फड़ सोटी जुत्ती इन्हें बगैर बच्चे कुत्तियां हरामी पिले तू मार साढ़े सामने उन्होंने किसी नसीहत आवे उन्होंने मारिया ਉਹਦਾ मोबाइल खोलिया तोड़ लिया कीमती मोबाइल आया ਉਹਦੇ ਜਿਹੜੇ ਬੋਝੇ ਪੈਸੇ ਉਹ ਵੀ ਕੱਢ ਲਏ ਨੇ ਉਹਦੇ ਕੱਪੜੇ ਖੂਨੋਂ ਰੋਜ਼ ਦਾ ਕੰਮ ਰੋਜ਼ ਦਾ ਕੰਮ ਹੈ ਬੱਚਿਆਂ ਦੇ ਸਾਹਮਣੇ ਮਾਰਦੇ ਨੇ ਪੁਲਿਸ ਵਾਲੇ ਮੈਂ ਸਵੇਰ ਤੇ ਇੱਕ ਪ੍ਰੋਗਰਾਮ ਵੀ ਕੀਤਾ ਸੀ ਲੇਕਿਨ ਇਹਦੇ ਚ ਇੱਕ ਚੀਜ਼ ਹੁਣ ਇਹ ਦੱਸੋ ਕਿ ਤੁਹਾਡੇ ਖਿਆਲ 'ਚ ਤਹਿਰੀਕੇ ਲਬੈਕ ਤੇ ਪਾਬੰਦੀ ਲੱਗ ਗਈ ਸਭ ਕੁਝ ਹੋ ਗਿਆ ਇਹਦੇ ਬਾਅਦ ਮੁਲਕ ਦੇ ਹਾਲਾਤ ਠੀਕ ਹੋ ਸਕਦੇ ਨੇ ਉਹ ਕਰਮ ਵਾਲੇ ਤਰੀਕੇ ਲਬੈਕ ਤੇ ਪਾਬੰਦੀ ਨਾ ਲਾਣੇ ਖਾਲੀ ये पूरे पाकिस्तान दी साहां ते पाबंदी लाने पर तुसीं 24 घंटे सारे तुहानूं गोली मारनी है तां जान छुटनी उन्नी नहीं छुटदी तरीके लबैक ते ला देंगे तरीके लबैक मैं तुहानूं एक मेरी गल सुणो तो मैं गल सां पूरी तरीके लबैक पाकिस्तान च 96% जे ना रखण नाल साह रिजवी दे कहण नाल ना तरीके लबैक दा मतलब है कि जेड़ा बंदा अल्लाह दे घर जांदा ते जाने हदा लब्बैक अल्लाहुम्मा लब्बैक ला शरीका लका लब्बैक इन्नल हम्द व निअमत लका वल मुल्क और तरीके लबैक दे हां लेकिन ए जेडी तरीके लबैक ते पाबंदी लगी है ये तो सड़कां ते लबैक करदे सी मस्जिदां ते जांदे ही घट सी चौधरी साहब मैं तुहानूं तुसीं दसो अपना प्रोग्राम पुराना कढ लो मैं तुहानूं आख्या नहीं अर्ज कीती है पर चौधरी साहब ये मेरा भतरीया साडे मसंद दी जगह ही बह जाएगा मुझे मेरी गल पे ਤੁਸੀਂ ਕਿਹਾ ਸੀ ਬਿਲਕੁਲ ਕਿਹਾ ਇਹ ਸਾਡੀ ਟੋਈ ਨੱਗੀ ਕਰੇਗਾ ਸੁਨੀਆ ਦੀ ਇਹ ਨੁਕਸਾਨ ਪਹੁੰਚਾਏਗਾ ਮਸਲਕ ਨੂੰ ਕਿਉਂਕਿ ਇਹਦਾ ਤਰੀਕਾ ਜਿਹੜਾ ਹੈ ਨਾ ਇਹ ਗਲਤ ਹੈ
ਜੋ ਕੁਝ ਕਰਦਾ ਇਹ ਪੀਰ ਸਾਹਿਬ 에ਅਰਪੋਰਟ ਤੇ ਜਾ ਰਹੇ ਜੇ, ਇਹ ਪੀਰ ਸਾਹਿਬ ਟਾਇਲਟ ਵੀ ਜਾ ਰਹੇ ਜੇ, ਇਹ ਪੀਰ ਸਾਹਿਬ ਸਜਦੇ ਵੀ ਜਾ ਰਹੇ ਜੇ, ਇਹ ਪੀਰ ਸਾਹਿਬ ਥੱਲੇ ਬੈਠੇ ਜੇ, ਇਹ ਪੀਰ ਸਾਹਿਬ ਉੱਡ ਰਹੇ ਜੇ, ਇਹ ਪੀਰ ਸਾਹਿਬ ਲੈ ਰਹੇ ਜੇ। ਇਹ ਕੋਈ ਤਰੀਕਾ ਮੀਡੀਆ ਦੇ ਸਾਹਮਣੇ ਸ਼ੌਕਪੁਣਾ ਕਰਨਾ? ਉਹ ਅੱਲਾ ਦੇ ਨੇਕ ਬੰਦੇ ਜਿਹੜੇ ਫਕੀਰ ਹੁੰਦੇ ਨੇ ਉਹ ਤੇ ਕਿਸੇ ਨੂੰ ਪਤਾ ਨਹੀਂ। ਆਇਜ਼ੀ ਹੋਣੀ ਚਾਹੀਦੀ, ਆਇਜ਼ੀ ਇਨਕਸਾਰੀ ਹੋਣੀ ਚਾਹੀਦੀ, ਆਜਜ਼ੀ ਇਨਕਸਾਰੀ ਸ਼ਰਾਫਤ ਕੌਣ ਥੱਲੇ। ਬਿਲਕੁਲ ਮੈਂ ਅੱਜ ਕਰਨਾ ਤਾਂ ਜਵੇਦ ਸਾਹਿਬ ਜੀ ਦੇ ਈਮਾਨ ਦੀ ਰੱਤੀ ਹੈ ਨਾ, ਯਕੀਨ ਕਰੋ ਉਹ ਮੁਸਲਮਾਨ ਹੋਵੇ, ਕੋਈ ਧੀ ਭੈਣ ਲੱਗਿਆ ਆਮਦੀ ਹੋਵੇ, ਯੂਰਪ ਹੋਵੇ, ਪਾਕਿਸਤਾਨ ਹੋਵੇ, ਚੰਗੀ ਹੋਵੇ, ਮਾੜੀ ਹੋਵੇ, ਉਹ ਤੱਕੇ ਨਾ ਦੂਰੋਂ ਰਾਹ ਬੁਲਾ ਲੈ ਤਾਂ ਕਿ ਅਗਲੀ ਧੀ ਭੈਣ ਡਿਸਟਲ ਬਣਾਵੇ। ਸੁਣਦੇ ਮੇਰੀ ਗੱਲ? ਅੱਛਾ ਹੁਣ ਇਹ ਵਾ ਜਿਹੜਾ ਇਹਨਾਂ ਨੇ ਕੰਮ ਹੁਣ ਮੈਂ ਆਖਰੀ ਗੱਲ ਕਰਨਾ, ਤੁਹਾਡੇ ਕੋਲ ਟਾਈਮ ਥੋੜਾ ਹੁੰਦਾ, ਮੈਂ ਗੱਲ ਕਰਨਾ ਪੂਰੇ ਪਾਕਿਸਤਾਨ ਅੱਗੇ ਕਿਸੇ ਪਾਰਟੀ ਦਿਓ, ਕਿਸੇ ਵੀ ਪਾਰਟੀ ਦਿਓ, ਅਗਰ ਤੁਹਾਡੇ ਇੱਕ ਈਮਾਨ ਦੀ ਰੱਤੀ ਹੈ ਮੈਨੂੰ ਛੱਡ ਦਿਓ, ਆਪਣੇ ਘਰ ਜਾ ਕੇ ਆਪਣੇ ਮਾਪਿਓ ਦੇ ਸਾਹਮਣੇ, औलाद ਦੇ ਸਾਹਮਣੇ ਕਸਮ ਚੁੱਕ ਕੇ ਆਖੋ ਪਰ ਜਿਤਨੇ ਜੱਜ ਹੋ ਜਾਂ ਪੁਲਿਸ ਵਾਲੇ ਹੋ ਜਾਂ ਬਿਊਰੋਕਰੇਟ ਹੋ ਜਾਂ MPA ਜਾਂ MNA, ਤੁਸੀਂ ਖੁਦ औलाद ਦੀ ਬੁਰਕੀ ਤੇ ਖਾਂਦੇ ਹੋ ਜਾਂ ਆਪਣੀ औलाद ਨੂੰ ਹਰਾਮ ਖਾਂਦੇ ਹੋ, औलाद ਨੂੰ ਵੀ ਹਰਾਮ ਤੇ ਖਾਂਦੇ ਹੋ। ਤੇ ਜਿਹੜੀ औलाद ਰਿਜ਼ਕ ਹਰਾਮ ਖਾਂਦੀ ਹੈ, ਮੈਂ ਤਾਂ ਜੋ ਮੇਰੀ ਗੱਲ ਸੁਣ ਲੈ 2 ਮਿੰਟ ਦੀ ਗੱਲ, ਜ਼ਰੂਰੀ ਨਹੀਂ ਕਿ ਕਿਸੇ ਦੀ ਧੀ ਭੈਣ ਜਾਂ ਔਰਤ ਗੁਨਾਹ ਕਰੇ ਤੇ ਉਹ ਧੀ ਪੁੱਤ ਆਰਾਮ ਦਾ ਹੁੰਦਾ ਹੈ। ਇਸਲਾਮ ਇਹ ਗੱਲ ਆਖਦਾ ਕਿ ਜਿਹੜਾ ਬੰਦਾ ਆਰਾਮ ਕਮਾ ਕੇ ਆਪਣੀ औलाद ਨੂੰ ਰਿਸ਼ਵਤ ਲੈ, ਡਾਕਾ ਮਾਰੇ, ਚੋਰੀ, ਆਰਾਮ ਖਾਣ ਦੇ ਕਈ ਤਰੀਕੇ ਨੇ, ਉਹ ਵੀ ਜਿਹੜੀ औलाद ਉਹ ਰਿਜ਼ਕ ਆਰਾਮ ਖਾਂਦੀ ਹੈ ਉਹ ਵੀ ਆਰਾਮ ਦੀ ਹੁੰਦੀ ਹੈ। ਸਮਝਦੇ ਮੇਰੀ ਗੱਲ? ਜੀ। ਤੇ ਇਹ ਜਿਹੜੇ ਨਾ ਕੰਮ ਸ਼ੁਰੂ ਕੀਤੇ, ਇੱਕ ਵੀ ਬੰਦਾ ਪੂਰੇ ਪਾਕਿਸਤਾਨ ਚ ਇਸ ਵੇਲੇ ਕਿਸੇ ਅਦਾਰੇ ਚ ਜਿਹੜਾ ਬੈਠੇ ਹੈ ਉਹ ਹਲਾਲ ਨਹੀਂ ਪਿਆ ਖਾਂਦਾ। ਥੱਲੇ ਜਿਹੜੇ ਮਾੜੇ ਨੇ ਜਿਨ੍ਹਾਂ ਨੂੰ ਕੋਈ ਸ਼ਾਇਦ ਨਹੀਂ ਲੱਭਦੀ, ਇਹ ਚੌਕੀਦਾਰ ਨੇ ਜਾਂ ਇਹ ਇੱਕ ਵਕੀਲ ਦਾ ਮੁਨਸ਼ੀ ਉਹ ਬੜਾ ਆਰਾਮ ਖਾਂਦਾ, ਇੱਕ ਮੁਨਸ਼ੀ ਦੇ ਥੱਲੇ ਵੀ ਹੁੰਦਾ ਹੈ, ਮੁਨਸ਼ੀ ਦੇ ਥੱਲੇ ਵੀ ਕੋਈ ਨੇ ਰੱਖੇ ਆ। ਆਖਰ ਤੇ ਲਤੀਫਾ ਸੁਣਾਨਾ ਹੈ ਕਿ ਨਾ, ਉਹ ਇੱਕ ਪੀਰ, ਕਿਉਂਕਿ ਤੁਹਾਡੀ ਗੱਲਾਂ ਤੇ ਬੜੀਆਂ ਮਜ਼ੇਦਾਰ ਹੁੰਦੀਆਂ, ਇੱਕ ਪੀਰ ਸੀ ਨਾ, ਉਹਦਾ ਇੱਕ ਮਰੀਦ ਵੀ ਨਾਲ ਗਿਆ ਦਾ ਸੀ ਕਿਸੇ ਪਿੰਡ 'ਚ ਨਾ, ਤੇ ਉਹ ਕਹਿਣੇ ਬੜਾ ਪਹੁੰਚਿਆ, ਉਹ ਨਹੀਂ ਸੌਰੀ ਦੂਜਾ ਸੀ, ਇੱਕ ਪੀਰ ਸੀ ਨਾ, ਉਹਦੀ ਦਾਵਤ ਕਿਸੇ ਨੇ ਕੀਤੀ, ਅਮੀਰ ਆਦਮੀ ਨੇ, ਸੁਣਿਆ ਹੈਗਾ ਤੁਸੀਂ। ਉਹ ਜਨਾਬ ਜਦੋਂ ਕਿਤੇ ਇੱਧਰ ਉੱਧਰ ਹੋਏ ਨਾ, ਤੇ ਪੀਰ ਨੇ ਇੱਕ ਚਮਚਾ ਚੁੱਕ ਕੇ ਨਾ, ਸੋਨੇ ਦੇ ਚਮਚੇ ਸੀ ਤੇ ਜੇਬ 'ਚ ਪਾ ਲਿਆ। ਉਹ ਆਪਣਾ ਜਦੋਂ ਮੇਜ਼ਬਾਨ ਆਇਆ, ਚੌਧਰੀ ਬੈਠਾ, ਉਹਨੇ ਫਿਰ ਤਾਰੀਫ ਸ਼ੁਰੂ ਕੀਤੀ ਕਿ ਬੜਾ ਪਹੁੰਚਿਆ ਪੀਰ, ਆਪਣੇ ਮਰੀਦਾਂ, ਉਹ ਜਿਹੜੇ ਬੰਦੇ ਬੈਠੇ ਸੀ ਉਹਨਾਂ ਨੂੰ ਦੱਸਿਆ। ਉਹਦਾ ਜਿਹੜਾ ਨਾਲ ਗਿਆ ਸੀ ਨਾ, ਪੀਰ ਦਾ ਜਿਹੜਾ ਇੱਕ ਮਰੀਜ਼ ਜਿਹੜਾ ਮਰਾਸੀ ਨਾਲ ਲੈ ਗਿਆ ਦਾ ਸੀ, ਉਹ ਕਹਿੰਦਾ ਜੀ ਇਹ ਤੇ ਬਹੁਤ ਪਹੁੰਚੇ ਹੋਏ ਆ, ਮੇਰੇ ਕੋਲ ਵੀ ਬੜੇ ਕਮਾਲ ਹੈਗੇ ਨੇ। ਉਹਨੇ ਕਿਹਾ ਤੇਰੇ ਕੋਲ ਕੀ ਕਮਾਲ ਹੈ? ਉਹ ਕਹਿੰਦਾ ਸੋਨੇ ਦਾ ਚਮਚਾ ਇੱਕ ਮੈਨੂੰ ਦਿਓ। ਉਹਨੇ ਦਿੱਤਾ, ਕਹਿੰਦਾ ਮੈਂ ਆਪਣੀ ਜੇਬ 'ਚ ਪਾਵਾਂਗਾ ਤੇ ਪੀਰ ਸਾਹਿਬ ਦੀ ਜੇਬ 'ਚੋਂ ਨਿਕਲੇਗਾ। ਕਿਆ ਬਾਤਾਂ ਨੇ, ਕਿਆ ਬਾਤਾਂ ਨੇ, ਮਤਲਬ ਉਹਨੇ ਸ਼ਗਿਰਦ ਹੈ ਫਿਰ ਪੀਰ ਨਾਲ ਵੱਧ ਕੇ ਗੱਲ ਕਰ ਲਈ ਹੈ। ਉਹ ਗੱਲ ਹੈ ਵਾ ਕਿ ਸਭ ਤੇ ਪੀਰ ਮਰੀਦ ਇੱਕ ਤੋਂ ਇੱਕ ਵੱਧ ਦੇ, ਕੀ ਸਮਝੇ? ਚਲੋ ਬਹੁਤ ਸ਼ੁਕਰੀਆ ਆਈ ਦਾ। ਮੈਂ ਅੱਜ ਕਰਨਾ ਪਿਆ ਜਵੇਦ ਸਾਹਿਬ, ਦੁਆ ਕਰੋ ਆਪਣੇ ਮੁਲਕ ਵਾਸਤੇ, ਜਿਹੜੇ ਇਹ ਬੰਦੇ ਹੁਣੇ ਅਸਲ ਬੈਠੇ ਜੇ, ਅਗਰ ਇਹ ਬੰਦੇ ਨਾ ਪਕੜੇਗੇ, ਇਹ ਬੰਦੇ ਇਹਨਾਂ ਨੇ ਇਤਨੀ ਜੀ ਦੌਲਤ ਇਕੱਠੀ ਕਰ ਲਈ ਹੈ, ਅੱਜ ਬਿਲਕੁਲ ਸਾਰੇ ਇਹ ਨਾਹਜਾਬਾਦ ਹਕੂਮਤ ਇਮਰਾਨ ਖਾਨ ਨੂੰ ਚਾਹ ਦਿਓ, ਇਹ ਮੁਲਕ ਦੀਆਂ ਇਹਨਾਂ ਦੀ ਜੋੜਾਂ 'ਚ ਬੈ ਕੇ ਨੇ ਇਹ ਵਾਅਦਾ ਬਾਹਰ ਕਰਕੇ ਆਏ ਨੇ ਕਿ ਇਹ ਮੁਲਕ ਅਸੀਂ ਤੁਹਾਨੂੰ ਦਿਆਂਗੇ, ਇਹਨਾਂ ਮੁਲਕ ਦੇਣਾ ਜੇ, ਅਗਰ ਇਹ ਰਹੇ ਤੇ ਮੁਲਕ ਦੀ ਖੈਰ ਨਹੀਂ ਜੇ। ਇਹਨੂੰ ਨਸਲ ਵੀ ਨਾ ਦਿਓ, ਇਹਨਾਂ ਨੂੰ ਫੜੋ। ਬਹੁਤ ਸ਼ੁਕਰੀਆ। ਦੌਲਤ ਬਾਹਰ ਲੈ ਕੇ ਇਤਨੀ ਕਿ ਦੁਨੀਆ ਭੁੱਖੀ ਹੈ ਜਵੇਦ ਸਾਹਿਬ, ਅੱਜ ਕੱਲ ਪੈਸਾ ਵਹਾਈ ਹੈ ਨਾ, ਦੁਨੀਆ ਤੇ ਤਰਾਈ ਝਗੜੇ ਜੇ, ਇਸਲਾਮ ਨਹੀਂ ਪੂਰੀ ਦੁਨੀਆ ਤੇ ਭਾਵੇਂ ਕੋਈ ਮਜ਼ਹਬ ਹੋਵੇ, ਜ਼ਾਰ ਤੇ ਜ਼ਮੀਨ, ਇੰਨਾ ਕੀ ਮੁਲਕ ਨੂੰ ਲੁੱਟ ਲਏ ਆ ਕੋਈ 300 ਬੰਦੇ ਨੇ ਕਿ ਖਰਬਾਂ ਪਤੀ ਜੇ, ਅਰਬਾਂ ਡਾਲਰ। ਇਹ 2 ਸਾਲਾਂ ਬਾਅਦ ਫੇਰ ਰੁਪਈਏ ਦੇਣਗੇ, ਗਰੀਬਾਂ ਨੂੰ ਪੰਪ ਮਾਰਨਗੇ, ਉਹ ਬੇਵਕੂਫ ਜਗਰਾਤੇ ਪਿਆ ਜਾਣ, ਲੱਭੈਕ ਲੱਭੈਕ ਲੱਭੈਕ। ਉਹ ਕਿੱਧਰ ਗਏ? ਉਹ ਮਰ ਗਏ। ਉਹ ਜ਼ਾਲਮੋ, ਉਹ ਜ਼ਾਲਮੋ, ਮੈਂ ਤੇ ਦਵਾਈ ਪਾਉਂਦਾ ਰਿਹਾ, ਤੁਹਾਡੀਆਂ ਮਿੰਟਾਂ ਹੀ ਕਰਦਾ ਰਿਹਾ, ਇਹ ਕੰਮ ਨਾ ਕਰੋ, ਇਹ ਕੰਮ ਨਾ ਕਰੋ, ਅਮਲੀ ਕੰਮ ਕਰੋ, ਅਮਲੀ ਕੰਮ ਕਰੋ। ਜਵੇਦ ਸਾਹਿਬ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਬੰਦੇ ਵਿੱਚ ਕੁਝ ਹੋਵੇ ਨਾ ਖੁਦਾ ਦਾ ਪਾਇਆ, ਤੇ ਅੱਲਾ ਦੀ ਕਸਮ ਹੈ ਦੁਨੀਆ ਉਂਝ ਹੀ ਤੁਰ ਕੇ ਪਈ ਆਉਂਦੀ। ਦਾਤਾ ਸਾਹਿਬ ਪੂਰੇ ਮੁਲਕ 'ਚ ਬੰਦੇ ਨਹੀਂ ਆਉਂਦੇ। ਹਾਂਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਮੈਂ ਕਿਹਾ ਫਿਰ ਕਰਾਂਗੇ, ਗੱਪਸ਼ਪ ਲਾਵਾਂਗੇ, ਕੀ ਖਿਆਲ ਹੈ? इजाजत है। बड़ी मेहरबानी मेरी तरफ अपने सारिया समियन सलाम जो मेरे वास्ते नमाज पढ़ के दुआ करे मेरे। बहुत शुक्रिया, बहुत शुक्रिया। अस्सलाम वालेकुम जी। वालेकुम सलाम व रहमतुल्लाहि व बरकातहू। नाज़रीन,
यकूब साहब की बातें मज़ेदार होती है, लंबा प्रोग्राम, फिर लोग, मैं बड़े अब तो तरीके से कहता हूँ कि बहुत शुक्रिया, क्योंकि एक आधा बंदा ऐसा होता है, जनाब आपने कह दिया प्रोग्राम का वक्त ख़त्म हो गया, मैं तो सारा दिन बैठा रहा हूँ, यकूब साहब की मज़ेदार बातें नहीं ख़त्म होती। चैनल को सब्सक्राइब करें, जुड़े रहें।